वालेकुम भाईजान, क्या हाल है? ठीक है, बहुत बहुत शुक्रिया सर। कल माशाल्लाह मुझे उन्होंने अहल कर दिया था 2:24 पे माशाल्लाह। बिस्मिल्लाहिर्रहमानिर्रहीम। वेलकम करदा जी ਤੁਹਾਨੂੰ ਆਪਣੇ YouTube ਚੈਨਲ ਕਾਸ਼ੀ ਮੋਬਾਈਲ ਤੇ। ਜਿਹੜੇ ਦੋਸਤ ਬੈਂਕ ਦੀ ਹੈਲਪਲਾਈਨ ਤੇ ਕਾਲ ਕਰਦੇ ਨੇ ਲੇਕਿਨ ਉਹਨਾਂ ਨੂੰ ਸਹੀ ਉੱਥੋਂ ਮਾਲੂਮਾਤ ਨਹੀਂ ਮਿਲਦੀ ਜਾਂ ਉਹ ਮੁਤਮਿਨ ਨਹੀਂ ਹੁੰਦੇ, ਉਹਨਾਂ ਲਈ ਆ ਮੈਂ ਦੂਸਰੀ ਹੈਲਪਲਾਈਨ ਸ਼ੇਅਰ ਕਰ ਰਿਹਾ ਨਾਲ ਆਪਣੇ। ਇਹ ਉਸ ਟੀਮ ਦੀ ਹੈਲਪਲਾਈਨ ਆ ਬੈਂਕ ਦੇ ਉਸ ਡਿਪਾਰਟਮੈਂਟ ਦੀ ਜਿਹੜਾ ਡਿਪਾਰਟਮੈਂਟ ਤੁਹਾਨੂੰ ਡੀਲ ਕਰ ਰਿਹਾ, ਯਾਨੀ ਕਿ ਆਸਾਨ ਕਾਰੋਬਾਰ ਕਾਰਡ ਔਰ ਆਸਾਨ ਕਾਰੋਬਾਰ ਫਾਈਨਾਂਸ ਨੂੰ। ਇਹਨਾਂ ਨਾਲ ਗੱਲ ਕਰੋ ਤੁਸੀਂ ਇੱਕ ਦਫਾ। ਇਹ ਤੁਹਾਨੂੰ ਜ਼ਿਆਦਾ ਮਾਲੂਮਾਤ ਨਹੀਂ ਦੇਣਗੇ ਲੇਕਿਨ ਜਿਹੜੀਆਂ ਦੇਣਗੇ ਉਹ ਅਥੈਂਟਿਕ ਮਾਲੂਮਾਤ ਦੇਣਗੇ। ਤੁਹਾਨੂੰ ਉਹ ਦੱਸਣਗੇ ਕਿ ਤੁਹਾਡਾ ਕਾਰਡ ਕਿਹੜੇ ਪ੍ਰੋਸੈਸ 'ਚ ਇਸ ਟਾਈਮ ਸਾਡੇ ਕੋਲ ਪਹੁੰਚਿਆ ਜਾਂ ਨਹੀਂ ਪਹੁੰਚਿਆ। ਅਗਰ ਇਹ ਕਹਿੰਦੇ ਨੇ ਕਿ ਸਾਡੇ ਕੋਲ ਨਹੀਂ ਪਹੁੰਚਿਆ ਤਾਂ ਫਿਰ 100% ਬੈਂਕ ਕੋਲ ਨਹੀਂ ਪਹੁੰਚਿਆ। ਦੂਸਰਾ, ਜਿਹੜਾ ਤੁਸੀਂ ਬੈਂਕ ਦੇ ਜਾਂ ਆਸਾਨ ਕਾਰੋਬਾਰ ਕਾਰਡ ਦੀ ਹੈਲਪਲਾਈਨ 'ਤੇ ਕਾਲ ਕਰਦੇ ਹੋ ਅਤੇ ਜਦੋਂ ਉਹਨਾਂ ਕੋਲ ਕੋਈ ਸਵਾਲ ਕਰਦੇ ਹੋ ਤਾਂ ਫਿਰ ਸਵਾਲ ਕਰਕੇ ਸਬਰ ਕਰਿਆ ਕਰੋ, ਉਹਨਾਂ ਦਾ ਜਵਾਬ ਸੁਣਿਆ ਕਰੋ। ਮੈਂ ਕਾਫੀ ਸਾਰੇ ਦੋਸਤਾਂ ਦੀ ਰਿਕਾਰਡਿੰਗਾਂ ਸੁਣੀਆਂ ਨੇ, ਉਹ ਸਵਾਲ ਕਰਦੇ ਨੇ ਨਾਲ ਹੀ ਆਪਣਾ ਜਵਾਬ ਵੀ ਉਹਨਾਂ ਨੂੰ ਦੱਸ ਕੇ ਪੁੱਛਦੇ ਨੇ ਜੀ ਐਵੇਂ ਹੋ ਸਕਦਾ, ਅਤੇ ਅੱਗੋਂ ਨੁਮਾਇੰਦਾ ਵੀ ਏਡਾ ਔਂਤਰਾ ਤੇ ਥੱਕਿਆ ਬੈਠਿਆ ਹੁੰਦਾ ਕਿ ਉਹ ਵੀ ਫਟੋਫਟ ਕਹਿ ਦਿੰਦਾ ਹਾਂ ਜੀ ਹੋ ਸਕਦਾ, ਅਤੇ ਤੁਸੀਂ ਫਿਰ ਮਿਸਗਾਈਡ ਹੋ ਜਾਂਦੇ ਹੋ। ਇਸ ਲਈ ਤੁਹਾਨੂੰ ਮੈਂ ਦੱਸਣ ਦਿਆਂ ਕਿ ਜਦੋਂ ਵੀ ਤੁਸੀਂ ਸਵਾਲ ਕਰਿਆ ਕਰੋ ਅੱਗੋਂ ਜਵਾਬ ਨਾ ਉਹਨਾਂ ਨੂੰ ਆਪਣੀ ਮਰਜ਼ੀ ਦਾ ਦਿਆ ਕਰੋ, ਉਹਨਾਂ ਦੀ ਮਰਜ਼ੀ ਦਾ ਜਵਾਬ ਸੁਣਿਆ ਕਰੋ ਕਿ ਉਹ ਤੁਹਾਨੂੰ ਕੀ ਕਹਿੰਦੇ ਨੇ। ਜਦੋਂ ਤੁਸੀਂ ਪੁੱਛ ਲੈਂਦੇ ਹੋ ਜੀ ਇਹ ਫਲਾਂ 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 ਐਵੇਂ ਹੋ ਸਕਦਾ, ਉਹ ਵੀ ਅੱਗੋਂ ਹਾਂ ਕਰ ਦਿੰਦਾ ਅਤੇ ਜਾਨ ਛਡਾ ਲੈਂਦਾ। ਜਿਨ੍ਹਾਂ ਲੋਕਾਂ ਦੇ 4 ਟਿਕ ਹੋ ਗਏ ਨੇ ਔਰ ਉਹਨਾਂ ਦਾ ਕਾਰਡ ਕਲੀਅਰ ਹੋ ਗਿਆ ਲੇਕਿਨ ਉਹਨਾਂ ਨੂੰ ਕਾਰਡ ਨਹੀਂ ਆ ਰਿਹਾ, ਉਹ ਬਾਰ-ਬਾਰ ਕਾਲ ਕਰ ਰਹੇ ਨੇ ਕਿ ਜੀ ਸਾਨੂੰ ਕਾਰਡ ਨਹੀਂ ਆ ਰਿਹਾ, ਕੰਪਲੇਨ ਵੀ ਦਰਜ ਕਰਵਾ ਰਹੇ ਨੇ, ਉਹਨਾਂ ਤਮਾਮ ਲੋਕਾਂ ਨੂੰ ਮੈਂ ਦੱਸਦਾ ਜਾਵਾਂ ਤਕਰੀਬਨ ਜਿਨ੍ਹਾਂ ਦੇ ਟਿਕ ਹੋ ਚੁੱਕੇ ਨੇ ਔਰ 15 ਦਿਨ ਤੋਂ ਜ਼ਿਆਦਾ ਹੋ ਚੁੱਕਿਆ ਟਾਈਮ ਟਿਕ ਹੋਏ ਨੂੰ, ਉਹਨਾਂ ਨੂੰ ਕਾਰਡ 5 ਜੂਨ ਤੋਂ ਪਹਿਲੇ ਇਨਸ਼ਾਅੱਲਾ ਮਿਲ ਜਾਏਗਾ। 100% ਨੂੰ ਨਹੀਂ ਤੇ 90% ਨੂੰ ਜ਼ਰੂਰ ਮਿਲ ਜਾਏਗਾ। ਜਿਵੇਂ ਕਿ ਮੈਂ ਲਾਸਟ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀ ਇੱਕ ਪੁਰਾਣੀ ਮਸ਼ੀਨ ਵਾਲੀ ਇੱਕ ਮਿਸਾਲ ਦੇ ਕੇ, ਅਗਰ ਤੁਸੀਂ ਨਹੀਂ ਸੁਣੀ ਤਾਂ ਉਹ ਪਿੱਛੇ ਜਾ ਕੇ ਚੈਨਲ 'ਤੇ ਦੁਬਾਰਾ ਸੁਣ ਸਕਦੇ ਹੋ। ਉਹ ਮਿਸਾਲ ਜਿਹੜੀ ਬਿਲਕੁਲ ਫਿੱਟ ਆਉਂਦੀ ਸੀਗੀ, ਉਸੇ ਵਜ੍ਹਾ ਤੋਂ ਤੁਹਾਨੂੰ ਲੇਟ ਹੋ ਰਿਹਾ, ਅਤੇ ਇਨਸ਼ਾਅੱਲਾ ਤੁਹਾਨੂੰ 5 ਜੂਨ ਤੋਂ ਪਹਿਲੇ ਵੀ ਮਿਲ ਸਕਦਾ, ਯਾਨੀ ਕਿ ਕੱਲ੍ਹ ਪਰਸੋਂ ਤੱਕ ਵੀ ਮਿਲ ਸਕਦਾ, ਲੇਕਿਨ ਲਾਸਟ ਡੇਟ ਜਿਹੜੀ ਹੈ 5 ਜੂਨ ਆ ਕਿ 5 ਜੂਨ ਤੱਕ ਉਹਨਾਂ ਨੇ ਕਿਹਾ ਹੋਇਆ ਹੈ ਕਿ ਤੁਹਾਨੂੰ ਕਾਰਡ ਕਲੀਅਰ ਕਰਕੇ ਸਾਰਿਆਂ ਨੂੰ ਦੇਣਗੇ। ਆਹ ਨੰਬਰ ਮੈਂ ਤੁਹਾਨੂੰ ਇੱਕ ਸਕਰੀਨ 'ਤੇ ਹੋਰ ਦਿਖਾ ਰਿਹਾ ਵਾਂ, ਇਸ ਨੰਬਰ ਨੂੰ ਨੋਟ ਕਰ ਲਓ। ਇਸ ਨੰਬਰ ਤੋਂ ਕਿਸੇ ਟਾਈਮ ਵੀ ਤੁਹਾਨੂੰ ਕਾਲ ਆ ਸਕਦੀ ਹੈ। ਜਿਨ੍ਹਾਂ ਨੇ ਆਸਾਨ ਕਾਰੋਬਾਰ ਕਾਰਡ ਲਈ ਜਾਂ ਆਸਾਨ ਕਾਰੋਬਾਰ ਫਾਈਨਾਂਸ ਲਈ ਅਪਲਾਈ ਕੀਤਾ ਹੋਇਆ ਔਰ ਅੰਡਰ ਪ੍ਰੋਸੈਸ ਚੱਲ ਰਹੇ ਨੇ, ਉਹਨਾਂ ਨੂੰ ਕਾਲ ਆਏਗੀ। ਇਸ ਕਾਲ ਨੂੰ ਲਾਜ਼ਮੀ ਪਿਕ ਕਰੋ ਔਰ ਜਿਹੜਾ ਵੀ ਉਹ ਸਵਾਲ ਕਰੋ ਉਹਨਾਂ ਨੂੰ ਤਸੱਲੀ ਬਖਸ਼ ਜਵਾਬ ਦਿਓ। ਅਤੇ ਜਿਨ੍ਹਾਂ ਲੋਕਾਂ ਨੂੰ ਪਹਿਲੇ ਕਾਰਡ ਮਿਲ ਚੁੱਕੇ ਆ ਉਹਨਾਂ ਨੂੰ 1 ਲੱਖ 2 ਲੱਖ ਜਾਂ 4-5 ਲੱਖ ਜਿਤਨੇ ਵੀ ਪੈਸੇ ਮਿਲ ਚੁੱਕੇ ਨੇ, ਉਹ ਇਸ ਕਿਸਮ ਦੀ ਉਮੀਦ ਅਗਰ ਲਗਾ ਕੇ ਬੈਠੇ ਹੋਏ ਨੇ ਕਿ 3 ਮਹੀਨੇ ਜਾਂ 6 ਮਹੀਨਿਆਂ ਬਾਅਦ ਉਹਨਾਂ ਨੂੰ ਦੁਬਾਰਾ ਇਤਨੀ ਰਕਮ ਫੈਲਰ ਹੋਣ ਤੋਂ ਬਾਅਦ ਮਿਲੇਗੀ, ਅਤੇ ਹਜੇ ਤੱਕ ਦੀ ਮਾਲੂਮਾਤ ਦੇ ਮੁਤਾਬਕ ਐਸਾ ਕੋਈ ਸੀਨ ਨਹੀਂ ਹੈਗਾ। ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਮੈਂ ਐਵੇਂ ਕਿਉਂ ਕਹਿੰਦਾ ਵਾ ਕਿ ਐਸਾ ਕੋਈ ਸੀਨ ਨਹੀਂ ਹੈਗਾ। ਉਹਦੀ ਵਜ੍ਹਾ ਇਹ ਵਾ ਕਿ ਜਿਨ੍ਹਾਂ ਲੋਕਾਂ ਨੇ ਵੀ 10 ਲੱਖ ਰੁਪਈਆ ਮਨਜ਼ੂਰ ਹੋਇਆ ਉਹਨਾਂ ਲੋਕਾਂ ਨੂੰ ਪੂਰਾ 10 ਲੱਖ ਮਿਲਿਆ। ਮੈਨੂੰ ਆ ਇੱਕ ਮੈਸੇਜ ਆਇਆ ਸੀ, ਮੈਂ ਤੁਹਾਨੂੰ ਉਹ ਮੈਸੇਜ ਵੀ ਸੁਣਾਉਂਦਾ ਵਾਂ, ਤੇ ਦੋਸਤ ਸਾਡੇ ਨੂੰ 10 ਲੱਖ ਰੁਪਏ ਦਾ ਪੂਰਾ ਮਿਲਿਆ। ਆ ਮੈਸੇਜ ਸੁਣੋ ਪਹਿਲੇ जी माशाल्लाह, इंतजार ते माशाल्लाह वाह करवाया उन्होंने। बाकी माशाल्लाह वो कहते ना सब्र का फल मीठा मिल गया माशाल्लाह। एक बार दसना सी कि कम माशाल्लाह, बहुत बहुत शुक्रिया सर, तुसी माशाल्लाह सानू इन्फॉर्मेशन देंदे रहे हो, साडी हौसला अफजाई करते रहे हो। हालांकि मैं तो इन्हां दा सहारा भी छੱਡ ਦਿੱਤਾ ਸੀ ਕਿ शायद पता नहीं आंदे ने कि नहीं आंदे, जिथे 21-28 जून का प्रोग्राम लगा सी तो उत्थे इन्होंने 2 महीने एक डेढ़ ਦੀ ਬਾਤ ਸੀ। ਬਹੁਤ ਬਹੁਤ ਸ਼ੁਕਰੀਆ ਸਰ। ਮੈਂ ਇਸ ਤਰ੍ਹਾਂ ਕਿਉਂ ਕਰਨਾ ਵਾ, ਉਹਦੀ ਰੀਜ਼ਨ ਆ ਵਾ ਕਿ ਜਿਨ੍ਹਾਂ ਲੋਕਾਂ ਨੇ ਵੀ ਮੈਂ ਦੇਖਿਆ ਕਿ 10 ਲੱਖ ਰੁਪਈਆ ਇੰਪਰੂਵ ਹੋਇਆ ਉਹਨਾਂ ਨੂੰ ਪੂਰਾ 10 ਲੱਖ ਰੁਪਈਆ ਮਿਲਿਆ। ਹਾਂ, ਦੂਸਰੀ ਕਿਸ਼ਤ ਉਹਨਾਂ ਲੋਕਾਂ ਨੂੰ ਮੇਰੇ ਖਿਆਲ ਦੇ ਮੁਤਾਬਕ ਜ਼ਰੂਰ ਮਿਲੇਗੀ ਜਿਨ੍ਹਾਂ ਨੂੰ ਸ਼ੁਰੂ ਦੇ ਵਿੱਚ ਕਾਰਡ ਮਿਲੇ ਸੀਗੇ, ਜਦੋਂ ਈਦ ਤੋਂ ਪਹਿਲੇ ਜਿਨ੍ਹਾਂ ਨੂੰ ਕਾਰਡ ਮਿਲੇ ਸੀ। ਉਹਨਾਂ 'ਚ ਹੋ ਸਕਦਾ ਹੈ ਕਿ ਉਹਨਾਂ ਨੂੰ ਦੂਸਰੀ ਇੰਸਟਾਲਮੈਂਟ ਮਿਲੇ ਕਿ ਉਹਨਾਂ ਦਾ 10 ਲੱਖ ਮਨਜ਼ੂਰ ਹੋਇਆ ਜਿਹਦਾ ਉਹਨੂੰ 5 ਲੱਖ ਮਿਲਿਆ ਹੋਵੇ, ਉਹ ਬਾਕੀ 5 ਲੱਖ ਈਦ 6 ਮਹੀਨਿਆਂ ਬਾਅਦ ਜਾਂ 3 ਮਹੀਨਿਆਂ ਬਾਅਦ ਉਹਨੂੰ ਮਿਲਣਾ ਹੋਵੇ, ਐਸਾ ਮੁਮਕਿਨ ਹੈ। ਲੇਕਿਨ ਈਦ ਤੋਂ ਬਾਅਦ ਜਿੰਨੇ ਲੋਕਾਂ ਨੂੰ ਵੀ ਕਾਰਡ ਆਏ ਆ ਉਹਨਾਂ ਦਾ ਮੇਰੇ ਖਿਆਲ ਦੇ ਮੁਤਾਬਕ, ਮੇਰੀ ਜ਼ਾਤੀ ਰਾਏ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ, ਉਹਨਾਂ ਨੂੰ ਜਿਹੜੀ ਅਮਾਊਂਟ ਉਹਨਾਂ ਦੀ ਕਬੂਲ ਹੋਈ ਸੀ, ਮਨਜ਼ੂਰ ਹੋਈ ਸੀ, ਉਹ ਅਮਾਊਂਟ ਉਹਨਾਂ ਨੂੰ ਮਿਲ ਚੁੱਕੀ ਹੈ। ਉਹਨਾਂ ਨੂੰ ਸੈਂਕੜ ਕਿਸ਼ਤ ਮਿਲਣ ਦਾ ਕੋਈ ਚਾਂਸ ਨਹੀਂ ਹੈ। ਇਸ ਲਈ ਤੁਹਾਨੂੰ ਜਿਹੜੇ ਪੈਸੇ ਮਿਲ ਚੁੱਕੇ ਨੇ ਇਹਦੇ 'ਤੇ ਸਬਰ ਸ਼ੁਕਰ ਕਰ ਲਓ ਅਤੇ ਇਹਨਾਂ ਨੂੰ ਵਾਪਸ ਕਰਨ ਦੀ ਤਿਆਰੀ ਕਰੋ। ਇਹਨਾਂ ਨੂੰ ਵਾਪਸ ਕਰਨਾ ਵੀ ਇੱਕ ਤੁਹਾਡੇ ਲਈ ਮਿਸ਼ਨ ਇੰਪੋਸੀਬਲ ਜ਼ਰੂਰ ਆ, ਲੇਕਿਨ ਚਲੋ ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਹੁਣ ਇੱਕ ਖਾਸ ਗੱਲ ਤੁਹਾਨੂੰ ਦੱਸਾਂ, ਮੈਂ ਅੱਜ ਤੋਂ 1 ਮਹੀਨਾ ਪਹਿਲੇ ਜਿਹੜੀ ਵੀਡੀਓ ਬਣਾਈਆਂ ਸੀ ਉਹਨਾਂ ਵੀਡੀਓ ਦੇ ਵਿੱਚ ਵੀ ਮੈਂ ਗੱਲ ਡਿਸਕਸ ਕੀਤੀ ਸੀ। ਆ ਮੈਂ ਇੱਕ ਮੈਸੇਜ ਤੁਹਾਨੂੰ ਸਾਈਡ 'ਤੇ ਦਿਖਾ ਰਿਹਾ ਵਾਂ, ਆ ਮੈਸੇਜ ਤੁਸੀਂ ਗੌਰ ਨਾਲ ਪੜ੍ਹ ਲਓ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਅਸੀਂ ਪਾਕਿਸਤਾਨੀ ਆ, ਅਸੀਂ ਹਰ ਕੰਮ ਦਾ ਕੋਈ ਨਾ ਕੋਈ ਨੈਗੇਟਿਵ ਪਾਰਟ ਕੱਢ ਲਈਦਾ, ਅਤੇ ਆਹ ਦੇਖੋ ਜੀ ਇਸ ਦੇ ਉੱਤੇ ਵੀ ਫਰਾਡ ਸ਼ੁਰੂ ਹੋ ਗਿਆ। ਆਸਾਨ ਕਾਰੋਬਾਰ ਕਾਰਡ ਜਾਂ ਆਸਾਨ ਕਾਰੋਬਾਰ ਫਾਈਨਾਂਸ ਦੇ ਮੁਤਲਕ ਤੁਹਾਨੂੰ ਕੋਈ ਵੀ ਨੰਬਰ ਤੋਂ ਮੈਸੇਜ ਆਵੇ, ਕਿਸੇ ਵੀ ਨੰਬਰ ਤੋਂ, ਜਾਂ ਕਿਸੇ ਵੀ ਕਿਸਮ ਦਾ ਕੋਈ ਵੀ ਬੰਦਾ ਤੁਹਾਨੂੰ ਮੈਸੇਜ ਕਰਕੇ ਜਾਂ ਕਾਲ ਕਰਕੇ ਤੁਹਾਡੇ ਕੋਲ ਪੈਸਿਆਂ ਦੀ ਡਿਮਾਂਡ ਕਰੇ,
ਟਿਕ ਕੇ ਤੁਹਾਡਾ ਮਸਲਾ ਅਸੀਂ ਹੱਲ ਕਰ ਸਕਦੇ ਹਾਂ। ਤੇ ਤੁਸੀਂ ਆਪਣੇ ਜ਼ਿਹਨ 'ਚ ਇਹ ਗੱਲ ਬਿਠਾ ਲਓ ਕਿ ਆਸਾਨ ਕਾਰੋਬਾਰ ਫਾਈਨਾਂਸ ਜਾਂ ਆਸਾਨ ਕਾਰੋਬਾਰ ਕਾਰਡ ਦਾ ਜਿਹੜਾ ਕੰਮ ਹੈ, ਇਹਦੇ ਤੁਸੀਂ ਕਿਸੇ ਨੂੰ 1 ਲੱਖ ਜਾਂ 1000 ਰੁਪਈਆ ਦੇ ਕੇ ਕੁਝ ਵੀ ਨਹੀਂ ਕਰਵਾ ਸਕਦੇ। ਜੋ ਵੀ ਹੋਣਾ ਹੈ ਆਟੋਮੈਟਿਕਲੀ ਜਿਹੜਾ ਉਹਨਾਂ ਨੇ ਤਰੀਕਾਕਾਰ ਬਣਾਇਆ, ਇਹਦੇ ਵਿੱਚ ਪੈਸਾ ਜਾਂ ਸਿਫਾਰਿਸ਼ ਨਹੀਂ ਚੱਲ ਸਕਦੀ ਤੁਹਾਡੀ। ਇਸ ਲਈ ਇਸ ਚੀਜ਼ ਨੂੰ ਮੱਦੇਨਜ਼ਰ ਰੱਖੋ ਕਿ ਕਿਸੇ ਬੰਦੇ ਨੂੰ ਵੀ 1 ਰੁਪਈਆ ਦੇਣ ਦੀ ਵੀ ਲੋੜ ਨਹੀਂ ਹੈ। ਪੈਸੇ ਦੇ ਕੇ ਬਾਅਦ 'ਚ ਪਛਤਾਉਣ ਦਾ ਫਾਇਦਾ ਨਹੀਂ ਹੈ। ਅਗਰ ਤੁਸੀਂ ਫਰਾਡ ਦਾ ਸ਼ਿਕਾਰ ਹੋ ਜਾਂਦੇ ਹੋ, ਮੇਰਾ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਹੈ, ਲੇਕਿਨ ਮੈਨੂੰ ਅਫਸੋਸ ਜ਼ਰੂਰ ਹੋਏਗਾ ਕਿ ਤੁਸੀਂ ਮੈਨੂੰ ਸੁਣਦੇ ਸੀਗੇ ਤੇ ਫਿਰ ਵੀ ਤੁਸੀਂ ਫਰਾਡ ਦੇ ਵਿੱਚ ਫਸ ਗਏ ਹੋ। ਸਾਡੇ ਪੰਜਾਬੀ ਦੇ ਵਿੱਚ ਇੱਕ ਮਿਸਾਲ ਆ, ਲਾਲਚੀ ਜਿਉਂਦਾ ਹੋਵੇ ਤੇ ਠੱਗ ਭੁੱਖਾ ਨਹੀਂ ਜੇ ਮਰਦਾ। ਇਹੀ ਮਿਸਾਲ ਸਾਡੀ ਹੈ ਕਿ ਅਸੀਂ ਪਾਕਿਸਤਾਨੀ ਕੌਮ ਹੈ ਤੇ ਲਾਲਚੀ ਆ, ਮੈਨੂੰ ਇਹਦੇ ਕਹਿਣ 'ਚ ਕੋਈ ਆੜ ਨਹੀਂ ਹੈ। ਲਾਲਚ ਤੇ ਸਾਡੇ ਅੰਦਰ ਬਹੁਤ ਜ਼ਿਆਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਿਹਦੀ ਵਾਜ਼ਿਹ ਮਿਸਾਲ ਆ ਵਾ ਕਿ ਅਸੀਂ ਜਿਹੜੇ ਆਸਾਨ ਕਾਰੋਬਾਰ ਕਾਰਡ ਜਾਂ ਫਾਈਨਾਂਸ ਲਈ ਅਪਲਾਈ ਕੀਤਾ ਹੋਇਆ ਜਿਨ੍ਹਾਂ ਲੋਕਾਂ ਨੇ, ਉਹਨਾਂ ਜ਼ਿਆਦਾਤਰ ਤਾਦਾਦ ਉਹਨਾਂ ਲੋਕਾਂ ਦੀ ਹੈ ਜਿਹੜੇ ਤਹਿਰੀਕੇ ਇਨਸਾਫ ਦੇ ਸਪੋਰਟਰ ਨੇ। ਨੂਨ ਲੀਗ ਦੇ ਨਾਲ ਉਵੇਂ ਇੰਤਹਾ ਦੀ ਨਫ਼ਰਤ ਕਰਦੇ ਨੇ, ਜਿਨ੍ਹਾਂ 'ਚ ਮੈਂ ਵੀ ਸ਼ਾਮਲ ਹਾਂ। ਤੇ ਲੇਕਿਨ ਅਪਲਾਈ ਅਸੀਂ ਜ਼ਰੂਰ ਕਰਤਾ ਸੀਗਾ। ਵੈਸੇ ਇਹਦੇ ਵਿੱਚ ਕੋਈ ਗਲਤ ਗੱਲ ਵੀ ਨਹੀਂ ਹੈ। ਇਸ ਹਕੂਮਤ ਨੇ ਸਾਨੂੰ ਉਵੇਂ ਕੁਝ ਨਹੀਂ ਦੇਣਾ, ਇਹਨਾਂ ਕੋਲ ਜੋ ਲਿਆ ਜਾਂਦਾ ਲਈ ਜਾਓ, ਇਹਨਾਂ ਨੂੰ ਕੁਝ ਵੀ ਨਾ ਛੱਡੋ। ਇਹ ਆਪਣੇ ਪੇਟ ਭਰਦੇ ਨੇ, ਇਹਨਾਂ ਦਾ ਆਵਾਮ ਦਾ ਇਹਨਾਂ ਨੂੰ ਅਹਿਸਾਸ ਨਹੀਂ ਹੁੰਦਾ। ਲੇਕਿਨ ਅਸੀਂ ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਹਿੰਦੇ ਹਾਂ ਕਿ ਜ਼ਰੂਰ ਅਪਲਾਈ ਕਰਨਾ ਚਾਹੀਦਾ ਸੀਗਾ। ਜਿਨ੍ਹਾਂ ਨੇ ਅਪਲਾਈ ਕੀਤਾ, ਜਿਨ੍ਹਾਂ ਨੇ ਨਹੀਂ ਕੀਤਾ, ਉਹਨਾਂ ਨੂੰ ਵੀ ਕਰਨਾ ਚਾਹੀਦਾ ਸੀਗਾ। ਜਿਨ੍ਹਾਂ ਲੋਕਾਂ ਦਾ 1 ਜਾਂ 2 3 ਟਿਕ ਦੇ ਲੁਕੇ ਹੋਏ ਸੀ ਐਪਲੀਕੇਸ਼ਨ, ਉਹਨਾਂ ਲੋਕਾਂ ਲਈ ਮੈਂ ਬਾਰ-ਬਾਰ ਦੱਸ ਰਿਹਾ ਵਾਂ, ਪਹਿਲੇ ਵੀ ਦੱਸ ਚੁੱਕਿਆ ਵਾਂ ਕਿ ਥੋੜ੍ਹਾ ਜਿਹਾ ਮਜ਼ੀਦ ਸਬਰ ਕਰ ਲਓ, ਤੁਹਾਡੀ ਅਪਡੇਟ ਹੋਏਗੀ। ਮੈਂ ਪਹਿਲੇ ਕਈ ਵਾਰੀ ਦੱਸ ਚੁੱਕਿਆ, ਲੇਕਿਨ ਤੁਹਾਨੂੰ ਵੀ ਸਬਰ ਨਹੀਂ ਆਉਂਦਾ, ਤੁਸੀਂ ਵੀ ਕਾਹਲੇ ਬਹੁਤ ਹੋ। ਲੇਕਿਨ ਹੁਣ ਅਪਡੇਟ ਆਉਣਾ ਸ਼ੁਰੂ ਹੋ ਗਈ ਹੈ। ਸਾਡੇ ਗਰੁੱਪ ਦੇ ਵਿੱਚ ਡੇਲੀ ਦੀ ਬੁਨਿਆਦ ਤੇ 2-4 ਬੰਦੇ ਦੱਸ ਰਹੇ ਨੇ ਕਿ ਜੀ ਮੇਰੀ ਅਪਡੇਟ ਆ ਗਈ ਹੈ। ਹਰ ਬੰਦੇ ਦੀ ਨਹੀਂ, ਲੇਕਿਨ ਚੰਦ ਇੱਕ ਬੰਦੇ ਦੀ ਅਪਡੇਟ ਆਉਣਾ ਸ਼ੁਰੂ ਹੋ ਗਈ। ਤੁਸੀਂ ਆਪਣੇ ਹਲਕਾ ਅਹਿਬਾਬ ਵਿੱਚ ਪਤਾ ਤਾਂ ਕਰਿਆ ਕਰੋ, ਤੁਹਾਨੂੰ ਪਤਾ ਲੱਗੇਗਾ ਕਿ ਵਾਕਈ ਹੀ ਅਪਡੇਟ ਆਉਣਾ ਸਟਾਰਟ ਹੈ। ਕੰਮ ਹੋ ਰਿਹਾ ਪਿੱਛੇ, ਕੰਮ ਨਹੀਂ ਰੁਕਿਆ 1 ਮਿੰਟ ਲਈ ਵੀ। ਕੰਮ ਸਲੋ ਜ਼ਰੂਰ ਹੋਇਆ ਸੀ, ਲੇਕਿਨ ਕੰਮ ਹੋ ਰਿਹਾ। ਵੈਬਸਾਈਟ ਦੇ ਅਪਡੇਟ ਹੋਣ ਨੂੰ ਉਹਨਾਂ ਨੇ ਇਸ ਮਹੀਨੇ ਦਾ ਲਾਸਟ ਕਿਹਾ ਹੋਇਆ। ਇਸ ਮਹੀਨੇ ਦੇ ਲਾਸਟ ਤੱਕ ਜਾਂ ਮੈਕਸੀਮਮ 5 ਜੂਨ ਤੱਕ ਜਿਹੜੀ ਹੈ ਅਪਡੇਟ ਹੋ ਜਾਏਗੀ। ਇਨਸ਼ਾਅੱਲਾ ਤੁਹਾਨੂੰ ਅੱਛਾ ਰਿਜ਼ਲਟ ਮਿਲੇਗਾ। ਫਾਈਨਾਂਸ ਵਾਲੇ ਜਿਹੜੇ ਸੀ ਉਹਨਾਂ ਨੂੰ ਵੀ ਅਮਾਊਂਟ ਆਣੀ ਸ਼ੁਰੂ ਹੋ ਗਈ ਨੇ। ਜਿਹੜੇ ਕਲੀਅਰ ਹੋ ਚੁੱਕੇ ਸੀ, ਜਿਹੜੇ ਅੰਡਰ ਪ੍ਰੋਸੈਸ ਨੇ, ਉਹਨਾਂ ਦਾ ਹਜੇ ਪ੍ਰੋਸੈਸ ਜਾਰੀ ਹੈ। ਜਿਨ੍ਹਾਂ ਲੋਕਾਂ ਦੇ 7 ਟਿਕ ਹੋ ਚੁੱਕੇ ਨੇ, ਲੇਕਿਨ ਉਹ ਬੈਂਕ ਕਾਲ ਕਰਦੇ ਨੇ, ਬੈਂਕ ਉਹਨਾਂ ਨੂੰ ਹਜੇ ਵੀ ਅੰਡਰ ਪ੍ਰੋਸੈਸ ਦਾ। ਆਪਣੀ ਐਪਲੀਕੇਸ਼ਨ ਨੂੰ ਵਕਤਨ ਫਵਕਤਨ ਦੇਖਦੇ ਰਿਹਾ ਕਰੋ ਕਿ ਕਿਸੇ ਟਾਈਮ ਉਹਦੇ ਤੇ ਜਿਹਨੂੰ ਟਿਕ ਆਇਆ ਹੋਇਆ ਦੁਬਾਰਾ ਉਹਦੇ ਕ੍ਰਾਸ ਨਾ ਆ ਜਾਏ। ਸਿਰਫ ਇਹ ਬੈਂਕ ਆਫ ਪੰਜਾਬ ਦੀ ਟਿਕ ਦੇ ਚਾਂਸ ਆ ਕਿ ਦੁਬਾਰਾ ਵੀ ਕ੍ਰਾਸ ਆ ਸਕਦਾ। ਤੇ ਬਾਕੀ ਜਿਨ੍ਹਾਂ ਦੇ 2 ਜਾਂ 3 ਟਿਕ ਨੇ ਜਾਂ 1 ਟਿਕ, ਉਹਨਾਂ ਨੂੰ ਮੈਂ ਪਹਿਲੇ ਵੀ ਦੱਸ ਚੁੱਕਿਆ ਵਾਂ, 5 ਜੂਨ ਤੱਕ ਇੰਤਜ਼ਾਰ ਕਰ ਲਓ। 5 ਜੂਨ ਲਾਸਟ ਡੇਟ ਆ। 5 ਜੂਨ ਤੋਂ ਪਹਿਲੇ ਅਪਡੇਟ ਆ ਜਾਏਗੀ। ਅੱਜ ਕੱਲ੍ਹ 'ਚ ਵੀ ਆ ਸਕਦੀ ਹੈ, ਲੇਕਿਨ ਆਖਰੀ ਤਰੀਕ ਤੁਹਾਨੂੰ ਮੈਂ 5 ਤਰੀਕ ਦੱਸ ਰਿਹਾ ਵਾਂ ਕਿ ਇਹਦੇ ਤੱਕ ਤਕਰੀਬਨ ਹਰ ਬੰਦੇ ਦੀ ਅਪਡੇਟ ਹੋ ਚੁੱਕੀ ਹੋਏਗੀ। ਤੁਹਾਨੂੰ ਤਸੱਲੀ ਬਖਸ਼ ਰਿਜ਼ਲਟ ਮਿਲ ਚੁੱਕਿਆ ਹੋਏਗਾ। ਦੂਸਰੀ ਇੱਕ ਨਹਾਇਤ ਅਹਿਮ ਗੱਲ, ਐਸੇ ਲੋਕ ਵੀ ਕਾਫੀ ਸਾਰੇ ਮੌਜੂਦ ਨੇ ਕਿ ਜਿਵੇਂ ਕਿ 19 ਤਰੀਕ ਆਖਰੀ ਸੀਗੀ ਅਪਲਾਈ ਕਰਨ ਦੀ, ਤੇ ਕਾਫੀ ਸਾਰੇ ਐਸੇ ਲੋਕ ਵੀ ਨੇ ਜਿਨ੍ਹਾਂ ਨੇ 19 ਜਾਂ 18 ਨੂੰ ਅਪਲਾਈ ਕੀਤਾ ਸੀ, ਲੇਕਿਨ ਉਹਨਾਂ ਨੇ PSID ਦੀ ਫੀਸ ਜਿਹੜੀ ਸੀ ਉਹ ਪੇ ਨਹੀਂ ਸੀ ਕੀਤੀ। ਉਹ ਉਹਨਾਂ ਨੇ ਪੇ ਕੀਤੀ 20-21 ਨੂੰ ਜਾ ਕੇ। ਤੇ ਉਹ ਚੀਜ਼ ਨੋਟ ਕਰ ਲੈਣ। ਤਕਰੀਬਨ ਸਾਡੀ ਮਾਲੂਮਾਤ ਦੇ ਮੁਤਾਬਕ, ਅਸੀਂ ਜਿਹੜੀ ਗੱਲ ਮੈਂ ਤੁਹਾਨੂੰ ਇੱਕ ਰਿਕਾਰਡਿੰਗ ਵੀ ਸੁਣਾਉਂਦਾ ਵਾਂ, ਸਾਡੇ ਕੋਲ ਜਿਹੜੀ ਮਾਲੂਮਾਤ ਆ ਉਹਦੇ ਮੁਤਾਬਕ 19 ਤਰੀਕ ਤੱਕ ਜਿਹਨੇ ਫੀਸ ਪੇ ਕਰਤੀ ਸੀਗੀ, ਉਹਨਾਂ ਦੀ ਐਪਲੀਕੇਸ਼ਨ ਦੇ ਅਮਲ ਹੋਣ ਦੇ ਚਾਂਸਸ ਹੈਗੇ ਨੇ। ਉਹ ਅਮਲ ਹੋਏਗਾ। ਜਿਨ੍ਹਾਂ ਨੇ 19 ਤਰੀਕ ਤੋਂ ਬਾਅਦ ਜਾ ਕੇ ਫੀਸ ਪੇ ਕੀਤੀ, ਉਹਨਾਂ ਦੀ ਐਪਲੀਕੇਸ਼ਨ ਦੇ ਕੋਈ ਅਮਲ ਨਹੀਂ ਹੋਏਗਾ। ਹੁਣ ਤੁਹਾਨੂੰ ਮੈਂ ਇੱਕ ਰਿਕਾਰਡਿੰਗ ਸੁਣਾਉਂਦਾ ਵਾਂ, ਜਿਹੜੀ ਮੇਰੀ ਆਸਾਨ ਕਾਰੋਬਾਰ ਕਾਰਡ ਦੀ ਹੈਲਪਲਾਈਨ 'ਤੇ ਗੱਲ ਹੋਈ ਹੈ, ਤਸੱਲੀ ਨਾਲ ਮੇਰੀ ਡਿਸਕਸ ਹੋਈ ਹੈ। ਤੁਸੀਂ ਵੀ ਸੁਣੋ, ਤੁਹਾਨੂੰ ਵੀ ਉਹਦੇ 'ਚ ਕਾਫੀ ਸਾਰੀ ਮਾਲੂਮਾਤ ਮਿਲੇਗੀ। ਇਜਾਜ਼ਤ ਚਾਹੁੰਦਾ ਵਾਂ, ਵੀਡੀਓ ਪਸੰਦ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਹੋ ਸਕੇ ਅਗਰ ਮੁਨਾਸਬ ਲੱਗੇ ਤਾਂ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਕਰਿਆ ਕਰੋ। ਅੱਲਾ ਹਾਫਿਜ਼, ਫੀ ਅਮਾਨ ਅੱਲਾ, पाकिस्तान जिंदाबाद। अस्सलामुअलैकुम, हुकूमत पंजाब के आसान कारोबार है खातिब जी, फरमाया आपकी क्या हेल्प कर सकता हूँ। वालेकुम अस्सलाम जी, काशिफ इकबाल बात कर रहा हूँ। सर मैंने आसान कारोबार कार्ड के लिए अप्लाई किया हुआ था, काफ़ी टाइम हो गया, मुझे कोई रिस्पॉन्स नहीं मिला। जिला से मुखातिब है? ज़िला कोटद्दू। ज़िला कोटद्दू। आपने कब अप्लाई किया था मोहतरम? मैंने सर किया था आई थिंक 29 मार्च को। तो आपकी एप्लीकेशन के ऊपर कितनी वेरिफिकेशन शो हो रही है PSID स्टेटस पेड के नीचे? सर तकरीबन 20 से 25 दिन हो गए, 3 टिक शो हो रहे हैं। तो अभी 4th वेरिफिकेशन के हवाले से मोहतरम आप अंडर प्रोसेस है? सर तकरीबन 25 से ज़्यादा दिन हो गए अंडर प्रोसेस में। जी मोहतरम, क्योंकि ये वेरिफिकेशन फाइनल होती है, इसमें अप्रूवल और रिजेक्शन। अप्रूव हो तो आपकी इनिशियल वेरिफिकेशन कंप्लीट है, अगर रिजेक्ट हो तो आपकी एप्लीकेशन रिजेक्ट होती है, इसलिए इसमें डिले है। और ये सिर्फ आप ही का नहीं, मजीद एप्लीकेंट का ये इशू है। सर तो एक्सपेक्टेड ऐसी मंथ में इसको वेरीफाई करके अपडेट किया जाएगा।
अरे सर जी ठीक हो गए। मुझे ये बताएं कि अब मेरा आईडी कार्ड नंबर देख के स्टेटस तो चेक कर सकते हैं, बता सकते हैं मुझे रिजेक्ट होंगे इसका? नहीं मोहतरम, हेल्पलाइन के जरिए एसएस मौजूद नहीं है इसको चेक करने के हवाले से। अच्छा अच्छा, ये अच्छा सर मुझे ये बताएंगे कि ये जो अप्लाई किया था हमने, ये कौन सी जी डेट तक जो एप्लीकेशन आपको रिसीव हुई थी कि उन पे अमल दरामद आपने की है, और कौन सी डेट के बाद आपने अमल दरामद रोक दिया था? मोहतरम, हमारे पास इसकी अपडेट नहीं होती कि एप्लीकेशन रिसीविंग, बट ये गाइड जरूर किया जाता है जब आप PSID पेड करते हैं ना, हम्म, इसकी फीस 500 रुपीज़, हम्म, तो ये आपका डाटा एप्लीकेशन अपलोड हो जाती है डिपार्टमेंट को, प्रोसेस में अंडर प्रोसेस हो जाती है। जी ठीक है सर, मैं ये पूछना चाह रहा था, आप मेरी बात नहीं समझे। फॉर एग्जांपल आपने अनाउंस किया ना कि जी 10 तारीख लास्ट है, लेकिन जी 12 तारीख को भी साइट चल रही थी, अप्लाई हो रहा था, जी PSID जनरेट हो रही थी। मैं ये जी पूछना चाह रहा था, जब अनाउंसमेंट हो गई कि 10 तारीख लास्ट है, तो 12 जी 14 15 तक भी PSID जनरेट होती रही, पे होते रहे फीस, तो क्या उन पे उन जी। एप्लीकेशन पे वर्क होगा, या सिर्फ वो जो 10 या 9 तक जो एप्लीकेशन आ गई थी उन पे वर्क होगा? मैं ये चीज़ पूछना जो चाहता डिपार्टमेंट की अपडेट है ना वो यही है कि 19 अप्रैल हूँ। 19 अप्रैल। इसको क्लोज किया गया था, स्टॉप किया गया था। जी जी तो जो उसके बाद की फीस पे हो रही थी ना, जी। वो उसके ऊपर प्रोसेसिंग नहीं होगी। 19 अप्रैल से जिन्होंने पहले PSID फीस पे कर दी थी, हाँ, उनकी एप्लीकेशन प्रोसेसिंग में है और प्रोसेसिंग के वजह से उनको अपडेट हासिल होगी। जी यही चीज़ मैं पूछना चाह रहा था। अच्छा सर, ये बताएं कि जी जो ये फाइनेंस की हेल्पलाइन भी यही है कि फाइनेंस की अलग से हेल्पलाइन? जी जी, फाइनेंस की भी यही है। अच्छा, मुझे ये कर सकते हैं आप क्लियर कि ये जो टोटल अमल चल रहा है आपका वेरिफिकेशन का, ये टोटल स्कीम, ये दोनों फाइनेंस और AKC, ये कब तक जी क्लोज हो जाएंगे मुकम्मल, यानी कि? मतलब डिपार्टमेंट की अपडेट मौजूद नहीं है इसलिए गाइड नहीं किया जा सकता, क्योंकि अकॉर्डिंग टू डिपार्टमेंट जो डिपार्टमेंट की अपडेट होगी उसी को फॉलो अप किया जाएगा। अच्छा, यानी कि अभी जो फाइनेंस Tier 2 कंटिन्यू है, Tier 1 भी स्टॉप है। सर मैं अप्लाई करने का नहीं पूछा, ये अप्लाई Tier 1 का हो गया और आसान कारोबार कार्ड का अप्लाई हो गया, ये क्लोज हो गए, दोनों की अप्लाई डेट खत्म हो जी गई। स्टॉप हो हाँ जी, गया। मैं जी ये पूछना चाह रहा हूँ कि जो हम लोगों ने अप्लाई कर दिया है, ठीक है, जी उस पे जो आप लोगों के पास एप्लीकेशन हजारों की तादाद में आ चुकी हैं, अब उन पे वर्क हो रहा है। जी ये जी जानना चाह रहा था कि ये टोटल ये वर्क वाला जो सीन है, ये कब तक क्लोज हो जाएगा मुकम्मल, यानी कि बिल्कुल ये क्लोज हो जाएगा, अभी मतलब सारी एप्लीकेशन? इस हवाले से अपडेट नहीं है, इसलिए इस पे ना गाइड नहीं किया जा सकता। अगर अपडेट होती तो आपको कंफर्मली प्रॉपरली गाइड किया जाता। पहले ये बताया जा रहा था ना, मुझे लास्ट टाइम मैंने बात की थी तो मुझे बताया गया था कि ये इस मंथ के एंड पे ना बिल्कुल टोटल क्लोज कर दी जाएगी, लेकिन उसके बाद फिर मेरी एक दफ़ा बात हुई तो उन्होंने मुझे बताया कि एक मंथ इसमें इंक्रीज हो गया है, यानी कि नेक्स्ट मंथ जो जून का आएगा ना, वो भी इसमें शामिल जी हो जाएगा। मैं यही चीज़ क्लियर नहीं आपसे करना मोहतरम, चाह रहा था कि ऐसा कोई सीन है कि उस भाई ने जिन्होंने मुझे इन्फॉर्म किया था, जो उस वक्त हेल्पलाइन पे बैठे हुए थे, बस उन्होंने ऐसे ही कर दिया था? इस हवाले से मोहतरम अपडेट नहीं है, क्योंकि क्योंकि होती तो ज़रूर आपको मज़ीद बताया जाता। सर आप मुझे इतना क्लियर कर सकते हैं कि ये अब हम आपकी तरफ से जब हम क्लियर हो जाते हैं, PMD जी एक्साइज और नादरा हमें क्लियर कर देती है, उसके बाद बैंक का डिपार्टमेंट में हमारी चले जाती है, बैंक डिपार्टमेंट के पास। बैंक हमें जी दे रहा है 2 लाख, 1 लाख, 3 लाख, ये किस बुनियाद पे? वो जबकि ये स्कीम 10 लाख की है, तो बैंक हमें इस जी तरह से 2 लाख 1 लाख दे के अवाम को और बर्डन में क्यों डाल रहा है? इसकी क्या रीजन है कोई? मतलब इसमें जो आपका एप्लीकेशन फॉर्म में जो आप डाटा अप्लाई करते हैं ना, हाँ जी। वो डाटा वेरीफाई किया जाता है, फिर उसके बिहाफ पे आपको अमाउंट अलाउ की जाती है, ताकि एप्लीकेंट और डिपार्टमेंट दोनों के लिए आसानी रहे रिकवरी के दौरान। अच्छा, अब रिकवरी का इसका क्या सीन सर बना है? मेरे 2 कार्ड तो जो आए थे, जी उन पे तकरीबन 3-3 माह हो गए हैं उन्हें, जैसा कि सुना था कि 3 माह के बाद रिकवर करनी होगी पेमेंट, लेकिन अभी तक मुझे जी मैसेज नहीं आया। मैं ये जानना चाहता हूँ कि उनकी रिकवरी का क्या सीन है? 4th मंथ में ना आपको बजरिया SMS डिपार्टमेंट की जानिब से मैसेज रिसीव होगा, जिसमें मेंशन होगा कि आपकी मिनिमम जो इंस्टॉलमेंट है हम्म, वो आपको मेंशन होगी। हम्म। उसका प्रोसीजर मेंशन होगा कि आप इसको किसके ज़रिए पे करेंगे, और मज़ीद इसके रिलेटेड आपको बैंक ऑफ पंजाब गाइड करेगा, क्योंकि कार्ड बैंक ऑफ पंजाब के रिलेटेड है।
अच्छा सर, एक और लास्ट क्वेश्चन, बल्कि सेकंड लास्ट क्वेश्चन, कि ये जो अमाउंट हमें मिल रही है, ये जिस जी तरह आपने स्कीम में कि शुरू में आपने शराइत बताई थी, जब हम अप्लाई करते थे लास्ट पे उसके शराइत आती थी, सारी वो डिटेल बताई जाती थी, उसमें मुझे बताया जी गया था कि अब मेरा एक कार्ड आया, उस पे 1,30,000 अमाउंट आई है, वो मैंने जी निकलवा ली है। मोहतरम। क्या वो 3 मंथ या 6 मंथ के बाद मुझे दोबारा 1,30,000 मिलेगा उसका सेकंड पार्ट? अगर तो आप एक्टिव एफबीआई टैक्स फाइलर होंगे, डिपार्टमेंट वेरिफिकेशन करेगा, वेरिफिकेशन के बिहाफ पे आपको गाइड किया जाएगा अच्छा ठीक है, 6 माह के बाद। ठीक है, ये चीज़ मैं समझ गया। चलें, लेकिन मेरे साथ दूसरा जो मेरा कार्ड आया है, उस पे मेरी अमाउंट क्लियर हुई है 10 लाख रुपया, और मैंने जी जाके एटीएम से 9,71,000 कुछ 100 रुपए निकलवा लिए हैं। फिर वो मैं वो तो एफडीआर निकलवाने में, की सर मेरी ऑप्शन तो मौजूद नहीं है। सर मेरी काइंडली आपको चेक करेंगे। सर माजरत, मेरी सॉरी बात फॉर सुन तो। डिस्टर्बेंस। नहीं नहीं, कोई बात नहीं भाई, आप मेरे, जी मेरा कहने का मतलब ये है कि मेरे पास अकेला एक कार्ड का नहीं है, ये मैं मैक्सिमम काफी कार्डों की बात कर रहा हूँ, जितने भी लोगों के 10 लाख अप्रूव हुए हैं, 9,77,000 कुछ 100 रुपए जाके हम एटीएम से यकमुश्त निकलवा चुके हैं। वो अब हम बेशक एफबीआर में क्लियर हूँ, फाइलर हूँ ना हूँ, सेकंड पार्ट का उसमें क्या सीन है? जब हम 9,00,000 उसमें सेकंड जब आपको टोटल अमाउंट आ गई है ना, तो सेकंड इंस्टॉलमेंट का उसमें कोई भी सीन नहीं है। सर मैं यही जानना चाहता हूँ कि 1,30,000 वाला वो सेकंड अमाउंट की उम्मीद रखे, या वो भी ना उम्मीद रहे, क्योंकि जो मुझे नजर आ रहा है, मेरा भी एक प्रैक्टिकल एक्सपीरियंस है कि अगर 10 लाख वाले को पूरा 10 लाख दे रहे हैं, जिसे फाइलर करना जरूरी था, 1 लाख वाले को फाइलर करना जरूरी नहीं था, लेकिन उसे 1 लाख देने के बाद उसे 1 लाख दोबारा मिलने की उम्मीद मुझे जाती तौर पर नजर नहीं आ रही, लेकिन मैं आपके पास सिस्टम शो कर रहा होगा, कुछ डिपार्टमेंट ने आपको कुछ बताया होगा, मैं वो जानना चाह रहा था। मतलब हमारे पास सिर्फ ओनली गाइडलाइन होती है, सिस्टम में कुछ भी ऐसा शो नहीं होता। जो डिपार्टमेंट की गाइडलाइन मौजूद होती है उसके रिलेटेड गाइड किया जाता है अच्छा, ओनली। इसमें अब गाइडलाइन यही है जो उन्होंने उधर दिया हुआ था हिदायतनामा के, फाइलर होंगे फिर आपको दोबारा मिलेगी, जी मोहतरम। आपके पास वही है ना जो ठीक हो गया? जी हमारे पास वही डिपार्टमेंट के अपडेट मौजूद है। चले, अब जो लास्ट अपडेट है, सिर्फ ये लास्ट मेरा क्वेश्चन है, माइंड ना कीजिएगा, काफी टाइम लिया आपका। जी जी मोहतरम, नॉट इशू। लास्ट लास्ट क्वेश्चन है मेरा कि यही जानना चाहता हूँ कि जैसे जिन लोगों का 1 महीने से ऊपर हो गया, 3-3 टिक पे खड़े हैं, मेरी वैसे जी पर्सनल इंफॉर्मेशन ये थी कि इस मंथ के एंड पे उनकी अपडेटिंग आ जानी है, या 5 तारीख तक आ जी जाएगी। आप क्या कहते हैं इस बारे में? हमारे पास भी यही अपडेट है कि एक्सपेक्टेड है इसी मंथ में जो है उनको फाइनलाइज किया जाएगा। चलें सर, थैंक यू, बहुत अच्छा लगा आपसे बात करके, जी शुक्रिया। मोहतरम, थैंक यू। अल्लाह हाफिज़। एहसान कारोबार हेल्पलाइन में कॉल करने का बेहद शुक्रिया। फीडबैक में कॉल ट्रांसफर की जाएगी। अपना ख्याल रखिएगा। अल्लाह हाफिज़ मोहतरम। अल्लाह हाफिज़। मौसिफ सारिफ कॉल सेंटर सर्विसेज को बेहतर बनाने के लिए इस कॉल के मुतालिक अपनी कीमती राय से हमें आगाह करें। अगर आप हमारी सर्विसेज से मुतमईन हैं, 1 दबाइए। अगर आप हमारी सर्विसेज से मुतमईन नहीं हैं, 2 दबाइए।